सतपुरख जिन जानिया सतगुर तिसका नाम। सतपुरख नूं पहला तो सियाणना औखा है। अगर सियाण विच भी आ जावे, पता भी लग जावे, फिर संग करना औखा है। ये भी गल ख्याल विच रखण योग है। सतपुरख दा संग करना बहुत कठिन है। इसे कारण ही ਜਿਹੜੇ ਵਾਸਤਵਿਕ ਦੇ ਵਿੱਚ ਸਤਪੁਰਖ ਹੋਏ ਹਨ, ਗੁਰੂ ਪੀਰ ਪੈਗੰਬਰ, ਉਹਨਾਂ ਦਾ ਸੰਗ ਬਹੁਤਿਆਂ ਨੇ ਨਹੀਂ ਕੀਤਾ। कबीर जी ने भी ऐसा किया है ना, यह मार्ग पंडित चले पाछे परी विही, एक औकट घाटी राम की तह चढ़ रहे हो। कबीर दे पिछे तो बहुत घट, कोई विरला टावा ही होवेगा। उस समय पंडितां दे पिछे हज़ारां ही, सतपुरख दा संग करना कठिन है। क्योंकि सतपुरख दा जिहड़ा संग करदा है ना, ਉਹਦਾ ਝੂਠ ਨਾਲੋਂ ਸੰਗ ਟੁੱਟਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸੇ ਕਾਰਨ ਹੀ ਸੰਗ ਕਰਨਾ ਕਠਿਨ ਹੈ। ਸਤਪੁਰਖ ਤੋਂ ਹਮੇਸ਼ਾ ਹੀ ਜਿਨ੍ਹਾਂ ਨੂੰ ਸੰਸਾਰ ਨਾਲ ਮੋਹ ਹੈ, ਲਗਾਵ ਹੈ, ਵਾਸ਼ਨਾ ਚਾਹਤ ਹੈ, ਉਹ ਦੂਰ ਰਹਿੰਦੇ ਹਨ। क्योंकि उन्हां दे संग नाल संसार नालों मोह घटदा है, लगाव घटदा है, संसार दा संग छुटदा है ते छड्डना कोई चाहुंदा नहीं है। संसार दा संग बड़ा प्यारा लगदा है। बहुत समय तू कर रहे हो ना, लेप छेप हो गई, अपने समझ ले, अपणियां दा संग हुण छुट्टे के ते अपने आप तो छुटदा नहीं है। जिवें कहंदे हन ना सिख भी गुरबाणी ही गुरु है, शब्द ही गुरु है। नहीं उपदेश दे सहारे नहीं छुटदा है संग। तुसीं आप ख्याल करो, झूठ दा संग उपदेश दे सहारे, सतपुरख दे सहारे भी नहीं कोई छड्डण नूं तैयार है, ते सिर्फ उपदेश दे सहारे किवें छुट्टेगा। अपने आप पढ़ सुन के तुसीं आप जो तुहाडा मन है, मन दीयां चाहतां हन, ख्वाहिशां हन, उहनूं छड्ड सकदे। जो भी आदतां नहीं छुटदा है मन, झूठ दा संग नहीं छुटदा है। सतपुरख दे सहारे छुट सकदा है, पर सतपुरख दा संग करना औखा है। क्योंकि सतपुरख दा संग जदों भी हुंदा है, उदों झूठ दा संग टुटदा है। इहो ही सतपुरख दे संग दा असर है। उवें ते कहा जाता है ना, सिख कहंदे हन, सही प्यारे मेल जिन्ना मिलिया तेरा नाम चेता। वो तो उपर उपरों कहंदे आ, आउंदा ते संसार ही चित है, जिन्ने भी प्यारे मिलते हैं। फिर सतसंग जिहड़े इकट्ठ तुसीं देख रहे हो ना, इन्हां नूं नहीं कहंदे हन। भावें वो लिख देण भी संत सम्मेलन है, हुण संतां दे बहुते इकट्ठ थोड़ी हुंदे आ। ते होर बहुत तरह के सम्मेलन हो रहे हैं, बड़े 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 नां रखते हैं, ब्रह्म चर्चा हो रही है।
तो जिन्ने भी संग ਹਨ ਉਹ ਸਤ ਸੰਗ नहीं ਹਨ। ਕਿਹਾ ਜਾਂਦਾ ਹੈ ਕੁਛ ਲੋਕ ਇਕੱਤਰ ਹੋ ਕੇ ਸਿਖਾਮ ਤਾਂ ਜ਼ਿਆਦਾਤਰ ਇਹੋ ਹੀ ਸਮਝਦੇ ਹਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਹੋਏ ਹਨ ਅਤੇ ਕੋਈ ਪ੍ਰਚਾਰਕ ਕਹਿ ਰਿਹਾ ਹੈ ਵੀ ਤੁਸੀਂ ਸਤਸੰਗ ਕਰ ਰਹੇ ਹੋ। ਹੁਣ ਜੋ ਪ੍ਰਚਾਰਕ ਹੈ ਉਹ ਸਤ ਦੇ ਨਾਲ ਨਹੀਂ ਜੁੜਿਆ ਹੋਇਆ ਅਤੇ ਸਤਸੰਗ ਕਿਵੇਂ ਹੋ ਜਾਵੇ? ਉਹ ਤਾਂ ਝੂਠ ਦੇ ਨਾਲ ਜੋੜ ਰਿਹਾ ਹੈ। ਜ਼ਿਆਦਾਤਰ ਜਿਹੜੇ ਪ੍ਰਚਾਰਕ ਹਨ ਸਾਧੂ ਮਹਾਤਮਾ ਵੀ ਹਨ, ਉਹ ਗੱਲ ਤਾਂ ਕਰਨਗੇ ਸੱਤ ਦੀ, ਗੱਲ ਤਾਂ ਕਰਨਗੇ ਵੀ ਰੱਬ ਦਾ ਨਾਮ ਜਪੋ, ਸਿਮਰਨ ਕਰੋ, ਵਾਹਿਗੁਰੂ ਵਾਹਿਗੁਰੂ ਕਰੋ। ਨਾਲ ਨਾਲ ਉਹ ਵੀ ਇਹ ਵੀ ਕਹਿਣਗੇ ਵੀ ਬੱਚਿਆਂ ਦਾ ਖਿਆਲ ਰੱਖਿਓ, ਪਰਿਵਾਰ ਦਾ ਖਿਆਲ ਰੱਖੋ, ਕਾਰੋਬਾਰਾਂ ਦਾ ਵੀ ਖਿਆਲ ਰੱਖੋ। ਉਹ ਝੂਠ ਦੇ ਨਾਲ ਵੀ ਵਾਰ-ਵਾਰ ਜੋੜਦੇ ਰਹਿਣਗੇ ਕਿਉਂਕਿ ਉਹ ਝੂਠ ਦੇ ਨਾਲ ਜੁੜੇ ਹੋਏ ਹਨ। ਅਤੇ ਜਿਹੜਾ ਝੂਠ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਹ ਸੱਤ ਦੇ ਨਾਲ ਥੋੜ੍ਹੀ ਜੋੜ ਸਕਦਾ, ਝੂਠ ਦੇ ਨਾਲ ਹੀ ਜੋੜੇਗਾ। 99% ਜਿਹੜੇ ਪ੍ਰਚਾਰਕ ਹਨ ਝੂਠ ਦੇ ਨਾਲ ਜੁੜੇ ਹੋਏ, ਝੂਠ ਦੇ ਨਾਲ ਹੀ ਜੋੜ ਰਹੇ। ਬੱਚਿਆਂ ਦਾ ਖਿਆਲ ਰੱਖੋ, ਬੱਚਿਆਂ ਦੀ ਕੇਅਰ ਕਰੋ, ਧਿਆਨ ਰੱਖੋ ਬੱਚਿਆਂ ਦਾ। ਹੁਣ ਜਿਹੜੇ ਬੱਚਿਆਂ ਦਾ ਧਿਆਨ ਰੱਖਣਗੇ ਅੱਠੇ ਪਹਿਰ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਤਾਂ ਬੱਚੇ ਹੀ ਆਉਣਗੇ ਨਾ। ਹੁਣ ਵਾਹਿਗੁਰੂ ਕਿਵੇਂ ਆ ਜਾਊ? ਖਿਆਲ ਕਰੋ। ਅੱਠੇ ਪਹਿਰ 'ਤੇ ਬੱਚਿਆਂ ਦਾ ਧਿਆਨ ਚੱਲ ਰਿਹਾ ਹੈ, ਪਰਿਵਾਰ ਦਾ ਧਿਆਨ ਚੱਲ ਰਿਹਾ ਹੈ, ਕਾਰੋਬਾਰਾਂ ਦਾ ਧਿਆਨ ਚੱਲ ਰਿਹਾ ਹੈ, ਤਾਂ ਉਹਦੇ ਵਿੱਚ ਵਾਹਿਗੁਰੂ ਥੋੜ੍ਹੀ ਆਵੇਗਾ। ਤਾਂ ਉਹ ਬਾਹਰ ਜੋੜ ਦਿੰਦੇ ਹਨ। ਆਮ ਸਧਾਰਨਤਾ ਹੈ, ਧਾਰਮਿਕ ਵਿਅਕਤੀ ਨੂੰ ਨਹੀਂ ਪਤਾ ਲੱਗਦਾ। ਉਹਨਾਂ ਦੀਆਂ ਗੱਲਾਂ ਤੋਂ ਉਹ ਸੋਚ ਲੈਂਦਾ ਹੈ ਵੀ ਬੜਾ ਉੱਚੀਆਂ ਗੱਲਾਂ ਕਰ ਰਹੇ ਹੈ। ਪਰ ਜਿਹੜਾ ਜੁੜਿਆ ਹੋਇਆ ਹੈ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ, ਜਾਂ ਉਹ ਫਿਰ ਗਿਆਨ ਨਾਲ ਜੁੜ ਜਾਵੇਗਾ, ਜੋੜ ਦੇਵੇਗਾ ਵੀ ਗਿਆਨ ਹੋਣਾ ਚਾਹੀਦਾ ਹੈ, ਸਮਝ ਹੋਣੀ ਚਾਹੀਦੀ, ਉਪਦੇਸ਼ ਨੂੰ ਸਮਝਣਾ ਹੈ, ਸਮਝ ਕੇ ਗਿਆਨ ਹੋਵੇਗਾ ਤਾਂ ਗਿਆਨ ਦੇ ਨਾਲ ਜੋੜ ਦੇਵੇਗਾ, ਬੁੱਧੀ ਦੇ ਨਾਲ ਜੁੜ ਜਾਵੇਗਾ। ਜਿਹੜਾ ਗਿਆਨ ਦੇ ਨਾਲ ਬੁੱਧੀ ਦੇ ਨਾਲ ਜੁੜਿਆ ਹੋਇਆ ਉਹ ਬੁੱਧੀ ਦੇ ਨਾਲ ਜੁੜੇਗਾ, ਸਮਝ ਦੇ ਨਾਲ ਜੋੜ ਦੇਵੇਗਾ। ਜਿਹਦੇ ਨਾਲ ਜੁੜਿਆ ਹੈ ਆਦਮੀ ਉਹਦੇ ਨਾਲ ਜੁੜੇਗਾ ਨਾ। ਅਤੇ ਝੂਠ ਦੇ ਨਾਲ ਹੀ ਸਾਰੇ ਜੁੜੇ ਹੋਏ, ਭਾਵੇਂ ਕੋਈ ਬੁੱਧੀ ਨਾਲ ਜੁੜਿਆ ਹੈ, ਮਨ ਨਾਲ ਜੁੜਿਆ ਹੈ, ਗਿਆਨ ਨਾਲ ਜੁੜਿਆ ਹੈ, ਧਿਆਨ ਨਾਲ ਜੁੜਿਆ ਹੈ, ਸਭ ਸੰਸਾਰ ਹੀ ਹੈ, ਸਭ ਝੂਠ ਹੀ ਹੈ। ਪੁੱਤਰਾਂ ਨਾਲ ਜੁੜਿਆ ਹੈ, ਕੋਈ ਘਰ ਨਾਲ ਜੁੜਿਆ ਹੈ, ਕੋਈ ਧਨ ਨਾਲ ਜੁੜਿਆ ਹੈ, ਪ੍ਰੋਪਰਟੀ ਨਾਲ ਜੁੜਿਆ ਹੈ। ਉਹਨਾਂ ਨੂੰ ਤੁਸੀਂ ਸੰਸਾਰ ਕਹਿੰਦੇ ਪਰ ਇਹ ਵੀ ਸੰਸਾਰ ਹੀ ਹੈ। ਕੋਈ ਧਰਮ ਨਾਲ ਜੁੜਿਆ ਹੈ ਉਹ ਵੀ ਸੰਸਾਰ ਹੀ ਹੈ, ਜੁੜਿਆ ਹੈ ਨਾ। ਮੋਹ ਹੈ ਵੈਸਾ ਹੀ, ਜੈਸਾ ਬੱਚਿਆਂ ਨਾਲ ਮੋਹ ਹੈ, ਕਈਆਂ ਦਾ ਧਰਮ ਨਾਲ ਵੀ ਮੋਹ ਹੈ, ਅਤੇ ਵੈਸੇ ਹੀ ਜੁੜੇ ਹੋਏ ਹਨ। ਅਤੇ ਜਿਹੜਾ ਜਿੱਥੇ ਵੀ ਜੁੜਿਆ ਹੈ ਵੈਸੇ ਹੀ ਉੱਥੇ ਹੀ ਜੋੜਦਾ। ਜਿਹੜਾ ਬਾਹਰ ਧਰਮ ਨਾਲ ਜੁੜਿਆ ਉਹ ਬਾਹਰਲੇ ਧਰਮ ਨਾਲ ਜੋੜਦਾ ਹੈ। ਜਿਹੜਾ ਕਿਸੇ ਪਰੰਪਰਾ ਨਾਲ ਜੁੜਿਆ ਹੋਇਆ ਪਰੰਪਰਾ ਨਾਲ ਜੋੜੀ ਜਾ ਰਿਹਾ, ਅਤੇ ਜਿਹੜਾ ਕਿਤੇ ਵੀ ਨਹੀਂ ਜੁੜਿਆ ਹੋਇਆ ਉਹ ਕਿਤੇ ਵੀ ਨਹੀਂ ਜੋੜਦਾ ਹੈ। ਇਸ ਕਰਕੇ ਉਹਦਾ ਸੰਗ ਕਰਨਾ ਬਹੁਤ ਕਠਿਨ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਤੁਸੀਂ ਇਉਂ ਨਾ ਸੋਚ ਲਿਓ ਬਾਬੇ ਨਾਨਕ ਦੇ ਕੋਲ ਬਹੁਤ ਭੀੜ ਇਕੱਠੀ ਹੁੰਦੀ ਹੋਵੇਗੀ, ਨਹੀਂ, ਐਸਾ ਨਹੀਂ ਹੁੰਦਾ। ਪਹਿਲਾਂ ਤਾਂ ਸੱਤ ਦੇ ਖੋਜੀ ਲੱਭਣੇ ਕਠਿਨ ਹਨ। ਅਜੋਕੇ ਸਮੇਂ 'ਚ ਚਲੋ ਸੁਵਿਧਾ ਹੈ, ਆ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਰੋਤੇ ਸੁਣ ਰਹੇ ਹਨ, ਪਰ ਜਿਹੜੇ ਸੁਣ ਰਹੇ ਹਨ ਜ਼ਿਆਦਾਤਰ ਉੱਪਰੋਂ ਸੁਣ ਰਹੇ ਹਨ। ਜਗਿਆਸੂ ਵਾਸਤਵਿਕ ਦੇ ਵਿੱਚ ਬਹੁਤ ਘੱਟ ਹਨ, ਪਿਆਸੇ ਬਹੁਤ ਘੱਟ ਹਨ। ਜਿਨ੍ਹਾਂ ਦੇ ਅੰਦਰ ਤੜਫ ਹੈ ਪ੍ਰਭੂ ਨੂੰ ਮਿਲਣ ਦੀ, ਪਿਆਸ ਹੈ, ਉਹ ਬਹੁਤ ਘੱਟ ਹਨ, ਘੱਟ ਹੁੰਦੇ ਹਨ ਸਦਾ ਤੋਂ ਹੀ।
ਤੇ ਉਹ ਸਮੇਂ ਤੇ ਨਗਰ ਨਗਰ, ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਬੋਲਣਾ ਪੈਂਦਾ ਸੀ। ਤੇ ਕਿੰਨੇ ਕੁ ਇਕੱਠੇ ਹੁੰਦੇ ਹੋਣਗੇ। ਤੇ ਸੱਚ ਦੇ ਉਪਾਸ਼ਕ, ਸੱਚ ਦੇ ਖੋਜੀ ਬਹੁਤ ਘੱਟ ਹੁੰਦੇ ਹਨ। ਸੱਚ ਦੇ ਖੋਜੀ ਜਿਹੜੇ ਹਨ ਨਾ, ਉਹ ਫਿਰ ਝੂਠ ਨੂੰ ਤਿਆਗਣ ਵੇਲੇ ਸੋਚਦੇ ਨਹੀਂ ਹਨ, ਪਕੜਦੇ ਨਹੀਂ ਹਨ, ਕੰਜੂਸੀ ਨਹੀਂ ਕੱਢਦੇ। ਜਿਵੇਂ ਕਬੀਰ ਜੀ ਕਹਿੰਦੇ ਹਨ ਵੀ ਕੋਈ ਇਸਤਰੀ ਸਤੀ ਹੋਣ ਵਾਸਤੇ ਚੱਲੀ ਤੇ ਭਾਂਡੇ ਸੰਭਾਲ ਰਹੀ। ਹੁਣ ਜਿਹਨੇ ਸਤੀ ਹੋਣਾ ਹੈ, ਸੱਤ ਦੇ ਨਾਲ ਹੀ ਮਿਲਣਾ, ਉਹ ਬਾਹਰ 'ਚ ਭਾਂਡੇ ਥੋੜ੍ਹੀ ਸੰਭਾਲ, ਭਾਂਡੇ ਤਾਂ ਉਹ ਹੀ ਸੰਭਾਲਦੀ ਜਿਹਨੇ ਵਾਪਸ ਆਉਣਾ। ਭਾਂਡਿਆਂ ਨੂੰ ਸੱਚ ਸਮਝਦੀ, ਘਰ ਨੂੰ ਸੱਚ ਸਮਝਦੀ, ਪਰਿਵਾਰ ਨੂੰ ਸੱਚ ਸਮਝਦੀ। ਜੀਵ ਰੂਪ ਇਸਤਰੀ, ਪੁਰਸ਼ ਵੀ ਨਾਲ ਹੀ ਹਨ। ਅਤੇ ਜਿਨ੍ਹਾਂ ਦਾ ਚਿੱਤ ਜੇ ਸੰਸਾਰ ਦੇ ਵਿੱਚ ਲੱਗਾ ਹੋਇਆ ਹੈ, ਪਰਿਵਾਰ ਦੇ ਨਾਲ ਲੱਗਾ ਹੋਇਆ, ਸੱਚ ਸਮਝ ਰਹੇ ਆ, ਤਾਂ ਉਹ ਸਤਿਪੁਰਖ ਦਾ ਸੰਗ ਨਹੀਂ ਕਰ ਸਕਦੇ ਹਨ। ਬਹੁਤ ਕਠਿਨ ਹੈ। ਦੇਖੋ ਤੁਸੀਂ, ਕੋਲੇ ਰਹਿਣਾ ਤੇ ਕਠਿਨ ਹੈ ਹੀ, ਸੁਣਨਾ ਵੀ ਕਠਿਨ ਹੈ। ਕਿਉਂਕਿ ਸੁਣਨਾ ਦੁਬਾਰਾ ਵੀ ਪ੍ਰਭਾਵ ਤਾਂ ਪੈਂਦਾ ਹੀ ਹੈ। ਬੋਲਣ ਦੇ ਪਿੱਛੇ ਉਹ ਮੌਜੂਦ ਹੁੰਦੇ ਹਨ, ਉਹਨਾਂ ਦੀ ਮੌਜੂਦਗੀ ਜਿਹੜੀ ਹੈ ਨਾ, ਬੋਲਣ ਦੇ ਪਿੱਛੇ ਹੁੰਦੀ ਹੈ। ਇਸ ਕਰਕੇ ਸੁਣਨਾ ਵੀ ਕਠਿਨ ਹੈ। ਕਿਉਂਕਿ ਝੂਠ ਨਾਲੋਂ ਫਿਰ ਵੀ ਸੰਬੰਧ ਟੁੱਟਦੇ ਹਨ। ਸੁਣਨ ਕਰਕੇ ਵੀ ਡਰ ਲੱਗਦਾ ਹੈ। ਉਸ ਸਮੇਂ ਵਰਤਮਾਨ ਦੇ ਵਿੱਚ ਸਤਿਪੁਰਖ ਨੂੰ ਸੁਣਦੇ ਵੀ ਲੋਕ ਘੱਟ ਹਨ, ਕਿਉਂਕਿ ਗੱਲਾਂ ਹੀ ਅਜੀਬ ਲੱਗਦੀਆਂ ਹਨ, ਭੈਭੀਤ ਕਰਦੀਆਂ ਹਨ ਵੀ ਸਭ ਕੁਛ ਛੱਡ ਦੇਣਾ, ਸਭ ਕੁਛ ਤਿਆਗ ਦੇਣਾ। ਆਦਮੀ ਡਰਦਾ ਹੈ, ਇਸੇ ਕਰਕੇ ਮੌਤ ਤੋਂ ਡਰਦਾ ਹੈ। ਜਿਹੜਾ ਮੌਤ ਤੋਂ ਡਰਦਾ ਹੈ, ਉਹ ਸਤਿਪੁਰਖ ਤੋਂ ਵੀ ਡਰਦਾ ਹੈ, ਕਿਉਂਕਿ ਸਤਿਪੁਰਖ ਵੀ ਮੌਤ ਹੀ ਸਿਖਾਉਂਦੇ ਹਨ। ਸੰਸਾਰ ਵਿੱਚੋਂ ਜੀਂਦੇ ਜੀ ਮਰਨ, ਜੀਵਤ ਮਰੀਏ ਭਾਉ ਜਲ ਤਰੀਏ, ਤਾਉ ਫਿਰ ਮਰਨ ਨਾ ਹੋ। ਉਹ ਜੀਂਦੇ ਜੀ ਮਰਨ ਦੀ ਕਲਾ ਸਿਖਾਉਂਦੇ ਹਨ। ਇਸੇ ਕਰਕੇ ਤਾਂ ਲੋਕ ਡਰਦੇ ਹਨ, ਜਿਵੇਂ ਮੌਤ ਤੋਂ ਡਰਦਾ ਹੈ ਕੋਈ। ਉਹ ਕਹਿੰਦੇ ਵੀ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡੇ ਆਸ, ਹੋ ਸਬਨ ਕੀ ਰੇਣਕਾ ਤਾਉ ਹਮਾਰੇ ਪਾਸ। ਜੀਵਨ ਦੀ ਆਸਾ ਛੱਡੋ, ਇੱਛਾ ਛੱਡੋ, ਚਾਹਤ ਛੱਡੋ, ਤੇ ਫਿਰ ਸਾਰਿਆਂ ਦੀ ਰੇਣ ਹੋ ਜਾਓ। ਤਾਂ ਆਓ, ਗਿਆਨ ਨੂੰ ਨਾਲ ਲੈ ਕੇ ਨਾ ਆਓ। ਬੁੱਧੀ ਰੇਣ ਦਾ ਭਾਵ ਹੁੰਦਾ ਵਿਨਮਰ ਹੋ ਕੇ, ਛੱਡ ਕੇ, ਅਤੇ ਜੀਵਨ ਦੀ ਇੱਛਾ ਵੀ ਛੱਡ ਕੇ। ਜਿਵੇਂ ਪੰਜ ਪਿਆਰੇ ਆਏ ਸਨ, ਜੀਵਨ ਦੀ ਇੱਛਾ ਵੀ ਛੱਡ ਦਿੱਤੀ ਸੀ ਉਹਨਾਂ ਨੇ, ਸਿਰ ਮੂਹਰੇ ਰੱਖ ਦਿੱਤਾ ਸੀ, ਹੁਣ ਜੀਵਨ ਤੁਹਾਡਾ ਹੈ। ਅਤੇ ਬੁੱਧੀ ਵੀ ਸਮਰਪਿਤ ਕਰ ਦਿੱਤੀ ਵੀ ਗਿਆਨ ਵੀ ਹੁਣ ਤੁਹਾਡੇ ਅੱਗੇ ਸਮਰਪਿਤ। ਇਵੇਂ ਆਉਂਦਾ ਹੈ ਕੋਈ ਸਤਿਪੁਰਖ ਕੋ, ਉਹਨੂੰ ਹੀ ਸਤ ਸੰਗ ਹੁੰਦਾ ਹੈ। ਸਤ ਸੰਗ, ਜਿਹਦਾ ਸੰਗ ਹੁੰਦਾ ਹੈ ਨਾ, ਵੈਸਾ ਹੀ ਰੰਗ ਚੜ੍ਹ ਜਾਂਦਾ ਹੈ। ਜਿਵੇਂ ਕਹਿ ਲਈਏ ਨਾ, ਕਹਿੰਦੇ ਹਨ ਅਕਸਰ ਵੀ ਫਲਾਣੇ ਨੂੰ ਜੂਏ ਵਾਲਿਆਂ ਦਾ ਸੰਗ ਹੋ ਗਿਆ, ਜੂਆ ਖੇਡਣ ਲੱਗ ਪਿਆ। ਸ਼ਰਾਬੀ ਦਾ ਸੰਗ ਹੋ ਗਿਆ, ਸ਼ਰਾਬ ਪੀਣ ਲੱਗ ਪਿਆ। ਜੈਸੀ ਸੰਗਤ ਵੈਸੀ ਰੰਗਤ। ਅਤੇ ਸੰਗ ਬਾਹਰੋਂ ਨਹੀਂ ਹੋਵੇਗਾ ਸੁਣ ਕੇ। ਸੰਗ ਜਦੋਂ ਨਾਲ ਬੈਠੋਗੇ, ਨਾਲ ਚੱਲੋਗੇ, ਨਾਲ ਹੋਵੋਗੇ, ਤਾਂ ਹੀ ਸੰਗ ਹੋਵੇਗਾ ਨਾ, ਬਾਹਰੋਂ ਥੋੜ੍ਹੀ ਹੋਵੇਗਾ। ਤਾਂ ਉਹਨਾਂ ਦੇ ਸੰਗ ਨਾਲ ਹੀ ਝੂਠ ਦਾ ਸੰਗ ਛੁੱਟਦਾ ਹੈ। ਕਿਉਂਕਿ ਜਿਨ੍ਹਾਂ ਨੇ ਝੂਠ ਛੱਡਿਆ ਹੈ, ਜਿਹੜੇ ਨਿਰਲੇਪ ਹੋ ਗਏ ਹਨ ਸੰਸਾਰ ਤੋਂ, ਜਿਹੜੇ ਸੰਸਾਰ ਤੋਂ ਮੁਕਤ ਹੋ ਗਏ, ਉਹਨਾਂ ਦਾ ਸੰਗ ਕਰਕੇ ਤੁਸੀਂ ਵੀ ਮੁਕਤ ਹੋਵੋਗੇ ਨਾ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਰ ਉਹਨਾਂ ਦਾ ਸੰਗ ਕਰੋ